है। वाईफाई अपना बंद करो, मेरे ਨਾਲ कनेक्ट होया कि वाहिगुरु जी का खालसा वाहिगुरु जी की फतेह। गुरु रूप गुरु प्यारी साध संगत जी, वडभागे हाँ निता प्रति गुरमत की क्लास विच जुड़ बैठते हाँ। सो अज असी जो भाई गुरदास जी द्वारा उचारण की हुई पौड़ी, जिस विच भगत जयदेव जी का जिक्र है। भाई गुरदास जी की इस 10वीं पौड़ी के अंदर ये 10वीं वार के अंदर ये 10वीं पौड़ी है। तो अज असी भगत जी के जीवन ते उन्हां दी रचना, क्योंकि साहिब श्री गुरु ग्रंथ साहिब जी के अंदर पावन 2 शब्द भगत जयदेव जी के दर्ज हैं, उन्हां उपर विचार करनी है। सो आओ सब तो पहला एक बार फिर गुरफतेह दे नाल सांझ बनाइए, अपनियां मनोबिरतियां नूं एकाग्रचित करिए। गज के आखो वाहिगुरू जी का खालसा वाहिगुरू जी की फतेह। भगत जयदेव जी जिन्हां दे जीवन बारे जदों पढ़दे हां ते सानूं पता चलदा है कि ये एक वैष्णव भगत सन। जदों ये इस धरती ते जन्मे, ज़्यादा जीवन नहीं मिलता, पर इस समय का पता चलता है कि इन्हां दा जन्म जिहड़ा वा वो लगभग 1170 तो लैके 1200 के करीब, ज़्यादातर जिहड़ा मन्निया गया है वो 1170 मन्निया गया है। ते इन्हां दी जिहड़ी जन्म भूमि है ਉਹਦੇ बारे भी विचार आउंदी है कि भगत जयदेव जी ये दक्षिणी बंगाल दे विच जिहड़ी वीर भूमि है, जिस दे ਜ਼ਿਲ੍ਹੇ ਵਿੱਚ किंदू विलव ਨਾਂ ਦੇ ਪਿੰਡ ਵਿੱਚ ਹੋਇਆ ਦੱਸਿਆ ਗਿਆ। ਤੇ ਇਹਨਾਂ ਦੇ ਜੀਵਨ ਬਾਰੇ ਜਿਹੜੀ ਵਿਚਾਰ ਹੈ ਉਹ ਇਹ ਹੈ ਕਿ ਇਹ इस संसार के उत्ते सब तो पहला एक वैष्णव भगत सन, ब्राह्मण सन। जात के उच्ची कुल के होने करके वैष्णव भाव भगती भावना दे विच जुड़े सन। ते कुछ ने यह गल आखी है कि इन्हां दा जिहड़ा जीवन है वो उड़ीसा विच गुजरिया। उड़ीसा विच ਇਹ ਉੜੀਸਾ ਵਿੱਚ ਗੁਜ਼ਰਿਆ ਇਹਨਾਂ ਦਾ ਜੀਵਨ। ਤੇ ਜਦੋਂ ਇਤਿਹਾਸ ਵੱਲ ਝਾਤੀ ਮਾਰੀਏ ਨਾ ਤਾਂ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਚਾਹੇ ਇਹ ਬੰਗਾਲ ਦੇ ਵਿੱਚ ਪੈਦਾ ਹੋ ਕੇ ਉੜੀਸਾ ਆਏ ਹੋਣ ਜਾਂ ਉੜੀਸਾ ਵਿੱਚ ਆ ਕੇ ਬੰਗਾਲ ਵਿੱਚ ਗਏ ਹੋਣ, ਕਿਉਂਕਿ ਦੋਨਾਂ ਥਾਵਾਂ ਤੇ ਇਹਨਾਂ ਦੇ ਮੰਨਣ ਵਾਲਿਆਂ ਦੀ ਜਿਹੜੀ ਹੈ ਉਹ ਭਰਮਾਰ ਹੈ। दोनों स्थानों के उत्ते जिहड़ा वा बड़े बड़े वड्डे इन्हां दे मंदिर बने हुए ने। लोग इन्हां नूं जिहड़ा वा वो बड़ी भगती भावना दे नाल जुड़ के जिहड़ा वा मानते ने। सो सिੱਟੇ ते असीं यही पहुँचते हाँ कि इन्हां दा जिहड़ा जन्म है वो किते भी है, पर इन्हां दा जिहड़ा जिंदगी दा सुमेल जिहड़ा सी वो परमात्मा दे नाल होया। ਜਦੋਂ ਇਹ ਉੜੀਸਾ ਵਿੱਚ ਸਨ ਉਦੋਂ ਵੀ ਇਹ ਜਿਹੜਾ ਵਾ ਲਿਖਤ ਵਿੱਚ ਆਉਂਦਾ ਹੈ ਕਿ ਇੱਥੋਂ ਦੇ ਰਾਜੇ ਨੇ ਭਾਈ ਭਗਤ ਜੈਦੇਵ ਜੀ ਦੇ ਜਿਹੜੇ ਸ਼ਬਦ ਸੀ, ਜਿਹੜੀ ਇਹ ਭਗਤੀ ਕਰਕੇ ਇਹਨਾਂ ਨੇ ਉਚਾਰਨ ਕੀਤੇ ਸਨ, ਉਹਨਾਂ ਦੇ ਗਾਇਨ ਜਿਹੜਾ ਵਾ ਉੜੀਸਾ ਦੀ ਜਗਨਨਾਥਪੁਰੀ ਜਿਹੜੀ ਆ ਨਾ, ਉਸ ਜਗਨਨਾਥਪੁਰੀ ਦੇ ਵਿੱਚ जगन्नाथपुरी दे विच जिहड़ा वा मंदिर के अंदर जिहड़ा वा इन्हां दे शब्द गाए जाते सन, क्योंकि ये गोबिंद नूं जिहड़े याद करने वाले सन, जिहदे बाबत गीत गोबिंद भी इतिहास विच लिखिया जिक्र आउंदा है। सो ज़्यादा जानकारी ना होने करके
ਕੁਝ ਕੁ ਇਹਨਾਂ ਦੇ ਬਾਬਤ ਜਿਹੜਾ ਵਾ ਮਿਲਿਆ ਹੈ ਕਿ ਜਦੋਂ ਮਨੁੱਖ ਸੰਸਾਰ ਦੇ ਉੱਤੇ ਪੈਦਾ ਹੁੰਦਾ ਨਾ ਉੱਚੀ ਕੁਲ ਵਿੱਚ, ਤੇ ਬੜਾ ਜਾਤ ਅਭਿਮਾਨੀ ਹੁੰਦਾ। ਇਹ ਵੀ ਬ੍ਰਾਹਮਣ ਕੁਲ ਦੇ ਸਨ, ਤੇ ਬ੍ਰਾਹਮਣ ਕੁਲ ਦੇ ਵਿੱਚ ਜਦੋਂ ਪੈਦਾ ਹੋਏ, ਬ੍ਰਾਹਮਣ ਕੁਲ ਦੇ ਵਿੱਚ ਜਦੋਂ ਇਹਨਾਂ ਦਾ ਜਨਮ ਹੋਇਆ, ਤੇ ਜਾਤ ਦਾ ਅਭਿਮਾਨ ਤੇ ਹੁੰਦਾ ਹੈ, ਪਰ ਇਹਨਾਂ ਦੇ ਮਨ ਵਿੱਚ ਕਦੇ ਵੀ ਇਹ ਅਭਿਮਾਨ ਨਹੀਂ ਆਇਆ ਕਿ ਮੈਂ ਉੱਚੀ ਕੁਲ ਦਾ ਹਾਂ। ਫਿਰ ਜਦੋਂ ਇਹਨਾਂ ਦਾ ਜੀਵਨ ਪੜ੍ਹੀਏ ਤੇ ਇਹ ਵੀ ਪਤਾ ਚੱਲਦਾ ਹੈ ਕਿ ਜਿਹੜਾ ਬੰਗਾਲ ਦਾ ਰਾਜਾ ਹੈ ਨਾ, ਲਛਮਣ ਸੈਨ, ਉਹਨਾਂ ਦੇ 5 ਰਤਨਾਂ ਵਿੱਚੋਂ ਇਹਨਾਂ ਦਾ ਵੀ ਇੱਕ ਨਾਮ ਹੈ। ਇਹਨਾਂ ਮਤਲਬ ਜਿਹੜਾ ਵਾ ਉਹ ਇਹਨਾਂ ਦੇ ਨਾਮ ਦੇ ਨਾਲ ਮਹਾਨਤਾ ਜੁੜੀ ਹੈ, ਤੇ ਇਹ ਇੰਨੀ ਇਹਨਾਂ ਨੇ ਬੰਦਗੀ ਕੀਤੀ ਹੈ ਕਿ ਉਸ ਬੰਦਗੀ ਦੇ ਵਿੱਚ ਜਦੋਂ ਇਹ ਚੱਲਦੇ ਨੇ ਤੇ 5 ਰਤਨਾਂ ਦੇ ਵਿੱਚ ਇਹ ਵੀ ਸ਼ਾਮਲ ਹੁੰਦੇ ਨੇ। ਫਿਰ ਇਹਨਾਂ ਦਾ ਜਿਹੜਾ ਸਾਰਾ ਸੰਗ੍ਰਹਿ ਹੈ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੈ, ਤੇ ਸੰਸਕ੍ਰਿਤ ਭਾਸ਼ਾ ਬੜੀ ਔਖੀ ਹੈ, ਮੰਨੀ ਗਈ ਸੀ, ਤੇ ਭਗਤ ਜੈਦੇਵ ਜੀ ਨੇ ਇਸ ਭਾਸ਼ਾ ਦੇ ਵਿੱਚ ਜਿਹੜਾ ਵਾ ਆਪਣੀ ਰਚਨਾ ਜਿਹੜਾ ਪ੍ਰਮਾਤਮਾ ਦੇ ਪਰਥਾਏ, ਉਹਦੀ ਬੰਦਗੀ ਦੇ ਪਰਥਾਏ ਜਿਹੜੀ ਉਹ ਉਚਾਰਨ ਕੀਤੀ। ਦੂਜੀ ਗੱਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤਾਂ ਦੀ ਬਾਣੀ 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ। 15 ਭਗਤਾਂ ਦੇ ਵਿੱਚੋਂ ਸਭ ਤੋਂ ਪੁਰਾਣੇ ਭਗਤ ਜਿਹੜੇ ਨੇ ਉਹ ਇਹ ਮੰਨੇ ਗਏ ਨੇ, ਵੱਡੀ ਉਮਰ ਦੇ ਭਾਵ ਸਭ ਤੋਂ ਪੁਰਾਣੇ 1170। ਬਾਕੀ ਜਿੰਨੇ ਵੀ ਭਗਤ ਨੇ ਉਹ ਸਾਰੇ ਬਾਅਦ ਵਿੱਚ ਉਹਨਾਂ ਦਾ ਜਿਹੜਾ ਵਾ ਜਨਮ ਹੁੰਦਾ ਹੈ, ਪਰ ਭਗਤ ਜੈਦੇਵ ਜੀ ਦਾ ਸਭ ਤੋਂ ਪੁਰਾਣਾ ਜਿਹੜਾ ਜਨਮ ਮੰਨਿਆ ਗਿਆ। ਸੋ ਇਹਨਾਂ ਦੀ ਇੱਕ ਰਚਨਾ ਜਿਹੜੀ ਉਹ ਭਗਤ ਮਾਲ ਜਿਹੜੀ ਇਤਿਹਾਸ ਦੇ ਵਿੱਚ ਮਿਲਦੀ ਆ ਨਾ, ਉਹ ਵੀ ਮੰਨੀ ਗਈ ਹੈ, ਪਰ ਜ਼ਿਆਦਾ ਜਿਹੜੀ ਆ ਉਹ ਪ੍ਰਸਿੱਧ ਗੀਤ ਗੋਬਿੰਦ ਹੈ, ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਦਰਜ ਆ ਨਾ, ਉਹ ਗੀਤ ਗੋਬਿੰਦ ਦੇ ਨਾਲ ਮਿਲਦੇ ਨੇ। ਉਹਨਾਂ ਦੀ ਭਾਸ਼ਾ, ਉਹਨਾਂ ਦੀ ਸ਼ੈਲੀ ਜਿਹੜੀ ਹੈ ਨਾ, ਉਹ ਗੀਤ ਗੋਬਿੰਦ ਦੇ ਅੰਦਰ ਜਿਹੜੇ ਸ਼ਬਦ ਦਰਜ ਨੇ ਉਹਨਾਂ ਦਾ ਨਾਲ ਜਿਹੜੀ ਉਹ ਮਿਲਦੀ ਹੈ। ਫਿਰ ਜਦੋਂ ਅਸੀਂ ਹਿੰਦੁਸਤਾਨ ਦੇ ਅੰਦਰ ਤੱਕਦੇ ਹਾਂ ਤੇ ਜਿਹੜੇ ਸੰਸਕ੍ਰਿਤ ਕਵੀਆਂ ਦੇ ਵਿੱਚੋਂ ਸਭ ਤੋਂ ਉੱਤਮ ਨਾਮ ਇਹਨਾਂ ਦਾ ਗਿਣਿਆ ਜਾਂਦਾ ਸੀ, ਕਿਉਂਕਿ ਪਰੰਪਰਾ ਸੀ ਕਿ ਜਿਹੜਾ ਸੰਸਕ੍ਰਿਤ ਭਾਸ਼ਾ ਦੇ ਵਿੱਚ ਗਿਆਨ ਜਿਹੜਾ ਵਾ ਉਹ ਲਿਖ ਸਕਦਾ, ਪ੍ਰਮਾਤਮਾ ਦੀ ਉਸਤਤ ਕਰ ਸਕਦਾ, ਉਹ ਸਭ ਤੋਂ ਉੱਤਮ ਕਵੀ ਹੈ। ਤੇ ਇਸ ਕਵੀ ਨੂੰ ਭਾਵ ਭਗਤ ਜੈਦੇਵ ਜੀ ਨੂੰ ਵੀ ਉੱਤਮ ਕਵੀਆਂ ਦੇ ਵਿੱਚੋਂ ਗਿਣਿਆ ਗਿਆ। ਇਸ ਗੀਤ ਗੋਬਿੰਦ ਦੇ ਵਿੱਚ ਵੀ ਜਿਹੜੇ ਆ ਉਹ ਸੰਸਕ੍ਰਿਤ ਭਾਸ਼ਾ ਦੇ ਮਧੁਰਤ ਗੀਤ ਜਿਹੜੇ ਨੇ ਉਹ ਰਚਨਾ ਕੀਤੀ ਗਈ ਹੈ। ਫਿਰ ਕੁਝ ਸ਼ਰਧਾਲੂ ਜਿਹੜੇ ਨੇ ਨਾ, ਇਹਦੀ ਬੜੀ ਸ਼ਰਧਾ ਦੇ ਵਿੱਚ ਭਿੱਜੇ ਆਉਂਦੇ ਨੇ। ਇੱਕ ਸਾਖੀ ਆਉਂਦੀ ਹੈ ਕਿ ਜਦੋਂ ਭਗਤ ਜੈਦੇਵ ਜੀ ਆਪਣੇ ਨਗਰ ਕੱਖਾਂ ਦੀ ਕੁਲੀ ਵਿੱਚ ਰਹਿ ਰਹੇ ਸਨ, ਵੇਖੋ ਕਿੰਨੀ ਜਿਹੜਾ ਵਾ ਇਹਨਾਂ ਦਾ ਜੀਵਨ ਕਿੰਨਾ ਵਿਸ਼ਾਲ ਹੋਵੇਗਾ, ਕਿੰਨਾ ਇਹਨਾਂ ਦੇ ਜੀਵਨ ਦੇ ਵਿੱਚ ਇਹਨਾਂ ਦੀ ਸੁਰਤ ਉੱਚੀ ਹੋਵੇਗੀ ਕਿ ਇੱਕ ਸ਼ਰਧਾਲੂ ਹੁੰਦਾ ਤੇ ਉਹ ਆਪਣੀ ਬੇਟੀ ਨੂੰ ਲੈ ਕੇ ਆਉਂਦਾ ਨਾਲ, ਕਿ ਮੈਂ ਜਿਹੜੀ ਆ ਉਹ ਆਪਣੀ ਕੰਨਿਆ ਜਿਹੜੀ ਆ ਉਹ ਭਗਤ ਜੈਦੇਵ ਜੀ ਦੇ ਭੇਟਾ ਚੜਾ ਕੇ ਆਉਣੀ ਹੈ। ਇੰਨੀ ਉੱਚੀ ਇਖਲਾਕ, ਇੰਨਾ ਉੱਚਾ ਇਖਲਾਕ ਦਾ ਜੀਵਨ ਸੀ ਇਹਨਾਂ ਦਾ ਕਿ ਜਦੋਂ ਭਗਤ ਜੈਦੇਵ ਜੀ ਦੇ ਕੋਲੋਂ ਸ਼ਰਧਾਲੂ ਆਪਣੀ ਕੰਨਿਆ ਲੈ ਕੇ ਆਇਆ ਨਾ, ਤੇ ਉਹਨਾਂ ਦੇ ਨੈਣਾਂ ਵੱਲ ਤੱਕ ਕੇ, ਉਹਨਾਂ ਦੇ ਚਿਹਰੇ ਵੱਲ ਤੱਕ ਕੇ, ਉਹਨਾਂ ਦੇ ਜੀਵਨ ਨੂੰ ਦੇਖ ਕੇ ਉਹਦੇ ਕੋਲ ਇੱਕ ਬੋਲ ਵੀ ਬੋਲਿਆ ਨਹੀਂ ਗਿਆ। ਤੇ ਜ਼ਿਕਰ ਆਉਂਦਾ ਹੈ ਕਿ ਫਿਰ ਉਹ ਆਪਣੀ ਬੇਟੀ ਛੱਡ ਕੇ ਆਪ ਉੱਥੋਂ ਚਲਾ ਗਿਆ, ਭਾਵ ਭਗਤ ਜੀ ਦੇ ਨਾਲ, ਭਗਤ ਜੈਦੇਵ ਜੀ ਦੇ ਨਾਲ ਉਹਦਾ ਗੱਲ ਕਰਨ ਦਾ ਹੀਆ ਨਾ ਪਿਆ ਕਿ ਇੰਨੀ ਉੱਚੀ ਸੁਰਤ ਦੇ ਮਾਲਕ ਨੇ। ਸੋ ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੁਝ ਜਿਹੜਾ ਵਾ ਉਹਨਾਂ ਦਾ ਜੀਵਨ ਹੈ। ਇਹਨਾਂ ਨੇ ਬਾਅਦ ਵਿੱਚ ਜ਼ਿਕਰ ਵੀ ਹੁੰਦਾ ਕਿ ਉਸੇ ਲੜਕੀ ਦੇ ਨਾਲ ਜਿਹੜਾ ਵਾ ਵਿਆਹ ਕਰਵਾਇਆ ਤੇ ਸੁਖਮਈ ਜਿਹੜਾ ਆਪਣਾ ਜੀਵਨ ਬਤੀਤ ਕਰਦੇ ਨੇ। ਤੇ ਇਸ ਭਗਤ ਕਵੀਆਂ ਦੇ ਰੂਪ ਵਿੱਚ ਜਦੋਂ ਇਹਨਾਂ ਦਾ ਸਿਰ ਉੱਚਾ ਦੇਖਦੇ ਆ, ਉੱਥੇ ਫਿਰ ਗੁਰੂ ਸਾਹਿਬਾਨ ਨੇ ਵੀ ਇਹਨਾਂ ਨੂੰ ਬੜੀ ਉੱਚੀ ਥਾਂ ਦਿੱਤੀ ਹੈ, ਜਿਸ ਥਾਂ ਦੀ ਅਸੀਂ ਪ੍ਰੋੜਤਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ, ਤੇ ਉਹਨਾਂ ਵਿੱਚ 2 ਸ਼ਬਦ ਆਉਂਦੇ ਨੇ। ਉਹ 2 ਸ਼ਬਦ ਜਿਹੜੇ ਨੇ
ਸਿੱਖ ਜਦੋਂ ਵੀ ਸਹਿਜ ਪਾਠ ਕਰਦਾ ਹੈ ਜਾਂ ਅਖੰਡ ਪਾਠ ਰਖਾਉਂਦਾ ਹੈ ਤੇ ਉਹ ਦੋ ਸ਼ਬਦ ਜ਼ਰੂਰ ਪੜ੍ਹਦਾ ਹੈ। ਇੱਕ ਗੁਜਰੀ ਰਾਗ ਦੇ ਵਿੱਚ ਤੇ ਇੱਕ ਮਾਰੂ ਰਾਗ ਦੇ ਵਿੱਚ ਇਹ ਦੋਵੇਂ ਸ਼ਬਦ ਆਉਂਦੇ ਨੇ। ਸੋ ਭਗਤ ਦੇ ਜੈਦੇਵ ਜੀ ਦਾ ਜਿਹੜਾ ਇਹ ਸ਼ਬਦ ਨੇ, ਇਹਨਾਂ ਦੇ ਵਿੱਚ ਭਗਤ ਜੈਦੇਵ ਜੀ ਜਿਹੜੇ ਨੇ, ਇਹਨਾਂ ਦੀ ਜਿਹੜੀ ਬਾਕੀ ਰਚਨਾ ਵੀ ਉਹਦੇ ਵਿੱਚ ਇਹੀ ਜ਼ਿਕਰ ਆਉਂਦਾ ਹੈ ਕਿ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹਦੇ ਵਿੱਚ ਜੇ ਕੋਈ ਵਿਘਨ ਪਾਉਂਦਾ ਹੈ ਉਹ ਔਗਣ ਨੇ ਜਾਂ ਹਉਮੈ ਆ। ਇਹ ਦੋਵੇਂ ਮਨੁੱਖ ਨੂੰ ਜਿਹੜੇ ਆ ਪ੍ਰਮਾਤਮਾ ਦੇ ਨਾਲੋਂ ਤੋੜਦੇ ਨੇ। ਇੱਕ ਜਿਹੜਾ ਮਨੁੱਖ ਔਗਣ ਕਰਦਾ ਹੈ ਤੇ ਦੂਜਾ ਜਿਹਦੇ ਅੰਦਰ ਅਹੰਕਾਰ ਹੁੰਦਾ ਹੈ। ਇਹ ਭਗਤ ਜੈਦੇਵ ਜੀ ਦੀ ਰਚਨਾ ਦੇ ਵਿੱਚ ਜ਼ਿਕਰ ਹੈ ਕਿ ਜੇ ਉਸ ਪ੍ਰਮਾਤਮਾ ਨੂੰ ਮਿਲਣਾ ਹੈ ਨਾ, ਜੇ ਉਹਦੇ ਰਾਹ ਉੱਤੇ ਤੁਰਨਾ ਹੈ ਤੇ ਫਿਰ ਮਨ ਕਰਕੇ, ਵਚਨ ਕਰਕੇ ਤੇ ਕਰਮਾਂ ਕਰਕੇ ਜਿਹੜੇ ਆ ਉਹ ਮਨ ਦੇ ਅੰਦਰ ਸ਼ੁੱਧਤਾ ਹੋਣੀ ਚਾਹੀਦੀ ਹੈ। ਵਚਨ ਵੀ ਤੇ ਕਰਮ ਵੀ। ਜਿਹੜਾ ਕਰਮ ਕਰਦੇ ਆ ਬਚਨਾਂ ਤੇ ਢਲਦਾ ਹੋਵੇ, ਜਿਹੜੇ ਬਚਨ ਕਰਦੇ ਆ ਉਹ ਕਰਮਾਂ ਤੇ ਢਲਦਾ ਹੋਵੇ। ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ, ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਨੇ ਜਦੋਂ ਸੰਸਾਰਕ ਫੇਰੀ ਆਰੰਭ ਕੀਤੀ, ਸਭ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਨਾਲ ਲਿਆ। ਜੇ ਕਿਸੇ ਨੇ ਪੁੱਛਿਆ ਵੀ, ਜਦੋਂ ਬਾਣੀ ਉਚਾਰਨ ਕੀਤੀ ਸੀ ਨਾ, ਤੇ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਨੀਚਾਂ ਅੰਦਰ ਨੀਚ ਜਾਤ, ਨੀਚੇ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕੈ ਰੀਸ, ਜਿੱਥੈ ਨੀਚ ਸੰਭਾਲੀਨ, ਤਿੱਥੈ ਨਜ਼ਰ ਤੇਰੀ ਬਖਸ਼ੀਸ਼। ਭਾਵ ਜਿਹਨੂੰ ਲੋਕ ਇਹ ਗੱਲ ਆਖਦੇ ਨੇ ਕਿ ਇਹ ਨੀਵਾਂ, ਇਹ ਨੀਚ ਹੈ, ਉਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਗਲਵਕੜੀ ਵਿੱਚ ਲੈ ਕੇ ਆਖਿਆ ਸੀ ਕਿ ਇਹਦੇ ਨਾਲ ਹੀ ਪ੍ਰਮਾਤਮਾ ਆਪਣੀ ਨਜ਼ਰ ਤੇ ਬਖਸ਼ਿਸ਼ ਕਰਦਾ ਹੈ। ਸੋ ਭਗਤ ਜੈਦੇਵ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਗਲਵਕੜੀ ਵਿੱਚ ਲਿਆ। ਜਦੋਂ ਇਹਨਾਂ ਪ੍ਰਚਾਰਕ ਫੇਰੀਆਂ ਕੀਤੀਆਂ ਨਾ, ਤੇ ਉਸ ਦੌਰਾਨ ਜਿਹੜਾ ਵਾ ਇਹ ਬਾਣੀ ਇਕੱਤਰ ਕੀਤੀ। ਜਿੱਥੇ ਜਿੱਥੇ ਗਏ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉੜੀਸਾ ਗਏ, ਪੱਛਮ ਬੰਗਾਲ, ਕਟਕ ਵੱਲ ਜਦੋਂ ਗਏ ਪ੍ਰਚਾਰਕ ਫੇਰੀਆਂ ਦੌਰਾਨ, ਤੇ ਉਸ ਸਮੇਂ ਜਿਹੜਾ ਵਾ ਇਹਨਾਂ ਨੇ ਜਿਹੜੇ ਜਿਹੜੇ ਭਗਤ ਵੀ ਮਿਲੇ, ਜਿਨ੍ਹਾਂ ਜਿਨ੍ਹਾਂ ਬਾਰੇ ਸੁਣਿਆ, ਉਹਨਾਂ ਦੀ ਬਾਣੀ ਇਕੱਤਰ ਕੀਤੀ, ਉਹਨਾਂ ਨੂੰ ਵਾਚਿਆ। ਉਹਨਾਂ ਵਿੱਚ ਭਗਤ ਜੈਦੇਵ ਜੀ ਦੀ ਬਾਣੀ ਸੀ। ਇਤਿਹਾਸ ਇਹ ਜ਼ਿਕਰ ਕਰਦਾ ਹੈ ਕਿ ਇਹ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਬਾਣੀ ਦਾ ਗ੍ਰੰਥ ਜਿਹੜਾ ਵਾ ਉਹ ਸਥਾਪਿਤ ਕਰਨ ਲੱਗੇ, ਇਕੱਤਰ ਕੀਤੀ ਬਾਣੀ, ਤੇ ਬਾਬਾ ਮੋਹਨ ਜੀ ਵਾਲੀਆਂ ਜਿਹੜੀਆਂ ਪੋਥੀਆਂ ਸਨ, ਉਹਨਾਂ ਵਿੱਚ ਵੀ ਭਗਤ ਜੈਦੇਵ ਜੀ ਦੇ ਇਹ ਦੋਵੇਂ ਸ਼ਬਦ ਮੌਜੂਦ ਸਨ। ਭਾਵ ਉਹਨਾਂ ਦੀ ਬਾਣੀ ਮੌਜੂਦ ਸੀ। ਕਹਿਣ ਤੋਂ ਭਾਵ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਚਾਰਕ ਫੇਰੀਆਂ ਕੀਤੀਆਂ, ਤੇ ਉਹਨਾਂ ਨੇ ਇਹ ਬਾਣੀ ਇਕੱਤਰ ਕੀਤੀ ਸੀ। ਸੋ ਇੱਥੇ ਭਗਤ ਜੈਦੇਵ ਜੀ ਇਹ ਦੱਸਣ ਦਾ ਯਤਨ ਕਰਦੇ ਨੇ ਕਿ ਜਿਹੜਾ ਮਨ ਹੈ ਨਾ, ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜ ਕੇ ਉਹਦੀ ਬੰਦਗੀ ਕਰਨੀ ਚਾਹੀਦੀ ਹੈ। ਜੋ ਲੋਕ ਜਪ ਕਰਦੇ ਨੇ, ਹੱਠ ਕਰਦੇ ਨੇ, ਤਪ ਕਰਦੇ ਨੇ, ਇਹ ਜਪ, ਹੱਠ ਤੇ ਤਪ ਜਿਹੜੇ ਨੇ, ਇਹਨਾਂ ਨੂੰ ਜਿਹੜਾ ਵਾ ਉਹ ਛੱਡ ਕੇ ਇੱਕ ਫੋਕਟ ਕਰਮ ਨੇ ਪ੍ਰਮਾਤਮਾ ਦੇ ਸਿਮਰਨ ਵਿੱਚ ਜਿਹੜਾ ਲੱਗ ਕੇ ਤੇ ਵਿਕਾਰਾਂ ਵੱਲੋਂ ਜਪ ਕਰਨਾ, ਪ੍ਰਮਾਤਮਾ ਦੇ ਸਿਮਰਨ ਦਾ ਜਪ ਕਰਨਾ, ਤਪ ਜਿਹੜਾ ਵਾ, ਤਪ ਸਾਧਨਾ ਜਿਹੜਾ ਵਾ ਉਹ ਪ੍ਰਮਾਤਮਾ ਦਾ ਨਾਮ ਜਪਣਾ ਹੀ ਹੈ। ਜਿਹੜਾ ਹੱਠ ਕਰਨਾ ਉਹ ਵਿਕਾਰਾਂ ਵੱਲੋਂ ਕਰਨਾ ਹੈ। ਪੰਜੇ ਵਿਕਾਰ ਜਿਹੜੇ ਨੇ, ਇਹਨਾਂ ਉੱਤੇ ਹੱਠ ਕਰਕੇ ਇਹਨਾਂ ਤੇ ਕਾਬੂ ਪਾਉਣਾ, ਇਹ ਭਗਤ ਜੈਦੇਵ ਜੀ ਸਮਝਾਉਂਦੇ ਨੇ। ਭਾਵੇਂ ਕਿ ਆਰੰਭ ਵਿੱਚ ਇਹ ਵੈਸ਼ਨਵ ਮਤਧਾਰੀ ਸਨ ਤੇ ਕ੍ਰਿਸ਼ਨ ਦੀ ਆਰਾਧਨਾ ਕਰਦੇ ਸਨ, ਪਰ ਸਮੇਂ ਅਨੁਸਾਰ ਜਦੋਂ ਇਸ ਸੰਸਾਰ ਦੇ ਵਿੱਚ ਵਿਚਰੇ ਨਾ, ਤੇ ਕਈ ਤੱਤ ਵੇਦਾ ਜਿਹੜੇ ਸਾਧੂ ਸਨ, ਉਹਨਾਂ ਦੀ ਸੰਗਤ ਇਹਨਾਂ ਨੇ ਕੀਤੀ, ਤੇ ਸਾਧੂਆਂ ਦੀ ਸੰਗਤ ਕਰਦਿਆਂ ਫਿਰ ਇਹ ਜਿਹੜਾ ਵਾ ਇਹਨਾਂ ਦਾ ਮਨ ਜਿਹੜਾ ਉਹ ਇੱਕ ਕਰਤਾਰ ਵਿੱਚ ਜੁੜ ਗਿਆ। ਭਾਵ ਫਿਰ ਬਾਕੀ ਸਭ ਪਿੱਛੇ ਛੱਡ ਕੇ ਕੇਵਲ ਇੱਕ ਕਰਤਾਰ ਵਿੱਚ ਜਿਹੜਾ ਵਾ ਉਹ ਜੁੜੇ, ਤੇ ਉਹਦੀ ਭਗਤੀ ਵਿੱਚ ਇਹਨਾਂ ਦਾ ਮਨ ਜਿਹੜਾ ਸੀ ਉਹ ਲੀਨ ਹੋ ਗਿਆ। ਇਸ ਤਰ੍ਹਾਂ ਦਾ ਇਹ ਜੀਵਨ, ਕਿਉਂਕਿ ਲੰਬੇਰਾ ਜੀਵਨ ਨਹੀਂ, ਕਾਫੀ ਪੁਰਾਣੇ ਭਗਤ ਨੇ, ਤੇ ਲੰਬੇਰਾ ਜੀਵਨ ਨਹੀਂ ਇਤਿਹਾਸ ਦੇ ਵਿੱਚ ਮਿਲਦਾ। ਹਾਂ, ਇਹਨਾਂ ਦੇ ਜੀਵਨ ਨੂੰ ਜੇ ਵਾਚਣਾ ਹੋਵੇ ਤੇ ਕੇਵਲ ਇਹਨਾਂ ਦੀ ਜਿਹੜੀ ਬਾਣੀ ਹੈ ਨਾ, ਬਾਣੀ ਦੇ ਵਿੱਚ ਜੋ ਦਰਜ ਹੈ, ਜੋ ਇਹਨਾਂ ਨੇ ਆਪਣੇ ਦੋ ਸ਼ਬਦ ਉਚਾਰਨ ਕੀਤੇ, ਉਹਨਾਂ ਦਾ ਮੁੱਖ ਭਾਵ ਕੀ ਹੈ
ਕਿ ਜਿਹੜਾ ਇਸ ਸੰਸਾਰ ਦੇ ਉੱਤੇ ਹੈ ਨਾ, ਮੈਂ ਪੂਰੇ ਸ਼ਬਦਾਂ ਦੀ ਵਿਚਾਰਤ ਨਹੀਂ ਕਰਾਂਗਾ, ਪਰ ਜਿਹੜਾ ਮਾਰੂ ਰਾਗ ਦੇ ਅੰਦਰ ਇਹਨਾਂ ਦਾ ਇੱਕ ਸ਼ਬਦ ਹੈ ਭਗਤ ਜੈਦੇਵ ਜੀ ਦਾ, ਉਹਦੇ ਵਿੱਚ ਜਿਹੜਾ ਮੁੱਖ ਭਾਵ ਹੈ ਰਹਾਉ ਦਾ ਬੰਦ, ਕਿਉਂਕਿ ਜਿਹੜਾ ਨਿਚੋੜ ਹੁੰਦਾ ਹੈ ਉਹ ਰਹਾਉ ਦੇ ਵਿੱਚ ਮੰਨਿਆ ਗਿਆ ਹੈ। ਤੇ ਇਹਦੇ ਵਿੱਚ ਭਗਤ ਜੈਦੇਵ ਜੀ ਆਖਦੇ ਨੇ ਕਿ ਜਿਹੜਾ ਜਗਤ ਦੇ ਮੂਲ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਨਾ, ਮਨ ਆਦ ਗੁਣ ਆਦ ਵਖਾਣਿਆ, ਭਾਵ ਮਨ ਹੈ ਮੇਰੇ ਮਨ, ਜਗਤ ਦਾ ਜਿਹੜਾ ਮੂਲ ਹੈ ਪ੍ਰਭੂ, ਕਿਉਂਕਿ ਮੂਲ ਉਹੀ ਹੈ ਜਿਹਨੇ ਪ੍ਰਮਾਤਮਾ ਨੂੰ ਸਾਜਿਆ ਹੈ, ਉਹਦੀ ਜੇ ਸਿਫਤ ਸਲਾਹ ਕਰੀਏ ਨਾ, ਤੇ ਤੇਰੇ ਅੰਦਰ ਜਿਹੜੇ ਵਿਤਕਰੇ ਵਾਲਾ ਸੁਭਾਅ, ਕਿਉਂਕਿ ਬ੍ਰਾਹਮਣ ਜਾਤ ਦੇ ਵਿੱਚ ਪੈਦਾ ਹੋਏ ਸਨ, ਤੇ ਬ੍ਰਾਹਮਣਾਂ ਦਾ ਜਿਹੜਾ ਕਰਮ ਸੀ ਉਹ ਨਾ ਤੇ ਕੇਵਲ ਖੱਤਰੀਆਂ ਨੂੰ ਜਿਹੜਾ ਸੀ ਉਹ ਕੰਮ ਕਰਨ ਦਾ ਅਧਿਕਾਰ ਸੀ, ਤੇ ਉਹ ਕੀ ਕੇਵਲ ਉਹਨਾਂ ਦੇ ਕੋਲੋਂ ਕੰਮ ਲੈਣ ਵਾਸਤੇ ਉਹਨਾਂ ਨਾਲ ਮਿਲਵਰਤਨ ਰੱਖਦੇ ਸਨ, ਪਰ ਸੁੱਚ ਭਿੱਟ ਬੜੀ ਰੱਖਦੇ ਸਨ ਬ੍ਰਾਹਮਣ। ਜਿਹੜੀਆਂ ਹੇਠਲੀਆਂ ਤਿੰਨੇ ਜਾਤਾਂ ਸਨ, ਵੈਸ਼ ਤੇ ਸ਼ੂਦਰ ਨਾਲ, ਖੱਤਰੀ ਵੈਸ਼ ਤੇ ਸ਼ੂਦਰ, ਇਹਨਾਂ ਦੇ ਨਾਲ ਬੜੀ ਘਿਰਣਾ ਕਰਦੇ ਸਨ। ਤੇ ਇੱਥੇ ਭਾਵ ਵੇਖੋ ਉੱਪਰ ਕਿਹਾ ਗਿਆ ਨਾ, ਜੇ ਜੀਵਨ ਭਗਤ ਜੈਦੇਵ ਜੀ ਦਾ ਵੇਖਣਾ ਹੋਵੇ ਤੇ ਉਹਨਾਂ ਦੀ ਬਾਣੀ ਵਿੱਚੋਂ ਨਿਕਲ ਆਉਂਦਾ ਕਿ ਇਸ ਸੰਸਾਰ ਦੇ ਉੱਤੇ ਜੇ ਤੂੰ ਪ੍ਰਮਾਤਮਾ ਦੇ ਨਾਲ ਇਕਮਿਕ ਹੋਣਾ, ਜੇ ਪ੍ਰਮਾਤਮਾ ਨੂੰ ਵੇਖਣਾ, ਜੇ ਉਹਦੀ ਸਿਫਤ ਸਲਾਹ ਕਰੇਗਾ ਤੇ ਫਿਰ ਹੋਏਗਾ ਕੀ, ਕਹਿੰਦੇ ਇਸ ਸੰਸਾਰ ਦੇ ਉੱਤੇ ਜਿਹੜੀ ਦੁਬਿਧਾ ਹੈ ਨਾ, ਤੇਰੀ ਦੁਬਿਧਾ ਦ੍ਰਿਸ਼ਟ ਸਮਾਨਿਆ, ਭਾਵ ਤੇਰੇ ਮਨ ਦੇ ਅੰਦਰ ਜਿਹੜੇ ਵਿਤਕਰੇ ਆ ਨਾ ਸੰਸਾਰ ਦੇ ਉੱਤੇ, ਉਹਨਾਂ ਵੱਲੋਂ ਸੁਭਾਅ ਜਿਹੜਾ ਤੇਰੀ ਦ੍ਰਿਸ਼ਟੀ ਹੈ, ਤੇਰੀ ਜਿਹੜੀ ਨਜ਼ਰ ਹੈ, ਜਿਹੜੀ ਤੱਕਣੀ ਹੈ ਤੇਰੀ, ਕਿ ਤਿੰਨੇ ਜਾਤਾਂ ਜਿਹੜੀਆਂ ਨੇ ਨੀਵੀਆਂ ਤੇ ਮੈਂ ਸ੍ਰੇਸ਼ਟ ਵਾਂ, ਉਹ ਜਿਹੜਾ ਸੁਭਾਅ, ਉਹ ਜਿਹੜੀ ਨਜ਼ਰ ਹੈ ਨਾ, ਉਹ ਤੇਰੀ ਤਬਦੀਲ ਹੋ ਜਾਵੇਗੀ। ਫਿਰ ਤੂੰ ਸਮਝੇਗਾ ਕਿ ਇਸ ਧਰਤੀ ਦੇ ਉੱਤੇ ਸਾਰੇ ਉਸ ਪਰਮਾਤਮਾ ਦੇ ਜੀਵ ਇੱਕੋ ਜਿਹੇ ਨੇ, ਇਹਨਾਂ ਵਿੱਚ ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਇਹ ਕੇਵਲ ਅਸੀਂ ਬਣਾਈਆਂ ਨੇ। ਇਹ ਉਹਨਾਂ ਦੇ ਇੱਕ ਸ਼ਬਦ ਦਾ ਜਿਹੜਾ ਵਾ ਮਾਰੂ ਰਾਗ ਦੇ ਅੰਦਰ ਜਿਹੜਾ ਸ਼ਬਦ ਹੈ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ। ਫਿਰ ਜਿਹੜਾ ਭਗਤ ਜੈਦੇਵ ਜੀ ਦਾ ਇੱਕ ਪਦਾ ਬੜਾ ਮਸ਼ਹੂਰ ਹੈ, ਅਸੀਂ ਪੜ੍ਹਦੇ, ਕਿਉਂਕਿ ਇਹੋ ਹੀ ਪਦਾ ਆਉਂਦਾ ਜਿਹੜਾ ਸਭ ਤੋਂ ਔਖਾ ਹੈ ਗੁਜਰੀ ਰਾਗ ਦੇ ਅੰਦਰ। ਤੇ ਇਸ ਵਿੱਚ ਜਿਹੜਾ ਵਾ ਉਹ ਭਗਤ ਜੈਦੇਵ ਜੀ ਜਿਹੜਾ ਵਾ ਉਹ ਇਹ ਗੱਲ ਕਰਦੇ ਨੇ ਕਿ ਪ੍ਰਮਾਤਮਾ ਜਿਹੜਾ ਨਾ, ਉਹਦਾ ਪ੍ਰਮਾਤਮਾ ਦਾ ਨਾਮ ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਸੁੰਦਰ ਹੈ। ਇਸ ਧਰਤੀ ਦੇ ਉੱਤੇ ਬਾਕੀ ਸਾਰੇ ਰੰਗ ਫਿੱਕੇ ਨੇ, ਉਹਦੇ ਪੈਦਾ ਕੀਤੇ ਹੋਏ ਨੇ। ਇਹ ਫੁੱਲ ਨੇ, ਉਹਨਾਂ ਨੂੰ ਤੋੜ ਦਈਏ ਉਹ ਕਮਲਾ ਜਾਣਗੇ। ਪੇੜ ਪੌਦੇ ਨੇ, ਹਵਾ ਆਏਗੀ, ਹਨੇਰੀ ਆਏਗੀ, ਸਮੇਂ ਦੇ ਅਨੁਸਾਰ ਇਹਨਾਂ ਦੀ ਪੱਤਝੜ ਵੀ ਆਏਗੀ, ਇਹਨਾਂ ਦੇ ਰੰਗ ਫਿੱਕੇ ਪੈ ਸਕਦੇ ਨੇ। ਇਨਸਾਨ ਦਾ ਜਿਹੜਾ ਸਰੂਪ ਆ, ਜਿਹੜਾ ਇਹਦਾ ਸਰੀਰ ਬਣਿਆ ਵਾ, ਇਹ ਜਵਾਨੀ ਵੇਲੇ ਸੋਹਣਾ ਹੈ, ਮਢੇਪੇ ਵੇਲੇ ਇਹਦੇ ਤਨ ਦੇ ਉੱਤੇ ਝੁਰੜੀਆਂ ਪੈ ਜਾਣੀਆਂ। ਇਹ ਭਾਈ ਇਹ ਸਾਰਾ ਕੁਝ ਬਿਨਸਨਹਾਰ ਹੈ, ਕੇਵਲ ਪ੍ਰਮਾਤਮਾ ਦਾ ਨਾਮ ਹੀ ਜਿਹੜਾ ਉਹ ਸੁੰਦਰ ਹੈ, ਜਿਹੜਾ ਨਾ ਤੇ ਮੋਂਦਾ ਤੇ ਨਾ ਹੀ ਉਹਦੇ ਉੱਤੇ ਕੋਈ ਜਿਹੜਾ ਵਾ ਉਹ ਸਮਾਂ ਪ੍ਰਭਾਵ ਪਾ ਸਕਦਾ। ਇਸ ਕਰਕੇ ਜਿਹੜਾ ਵਾ ਭਗਤ ਸਾਹਿਬ ਕਹਿੰਦੇ ਨੇ ਕਿ ਕੇਵਲ ਰਾਮ ਨਾਮ ਮਨੋਰਮੰ, ਇਹ ਭਾਈ ਪ੍ਰਮਾਤਮਾ ਦਾ ਨਾਮ ਜਿਹੜਾ ਵਾ ਨਾ, ਮਨੋਰਮੰ, ਮਨ ਨੂੰ ਮੋਹਣ ਵਾਲਾ, ਸਭ ਤੋਂ ਸੁੰਦਰ ਜਿਹੜਾ ਪ੍ਰਮਾਤਮਾ ਦਾ ਨਾਮ ਹੀ ਹੈ, ਜਿਹੜਾ ਸਦਾ ਹੀ ਹੁੰਦਾ। ਅੱਜ ਛੱਡ ਕੇ ਗਿਆ ਤੇ ਇਸ ਸੰਸਾਰ ਦੇ ਉੱਤੇ ਜਿਹੜਾ ਵਾ, ਜੇ ਤੂੰ ਅੱਜ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਅੱਜ ਤੂੰ 10 ਸਾਲਾਂ ਨੂੰ ਜਪੇਗਾ ਨਾ, ਤੇ ਓਨਾ ਹੀ ਰਸ ਉਹਦੇ ਵਿੱਚ ਆਏਗਾ ਜਿੰਨਾ ਅੱਜ ਆ ਰਿਹਾ ਸੀ। ਜੇ ਤੂੰ ਵਿੱਚ ਛੱਡ ਵੀ ਦਿੱਤਾ ਤੇ ਉਸ ਦਿਨ ਵੀ ਫਿਰ ਉਹੀ ਰਸ ਆਏਗਾ। ਤੇ ਜੇ ਤੂੰ ਅੱਜ ਸ਼ੁਰੂ ਕੀਤਾ, ਸਾਰੀ ਜ਼ਿੰਦਗੀ ਜਿਹੜਾ ਉਹਦਾ ਨਾਮ ਜਪਦਾ ਰਿਹਾ, ਉਹਦੇ ਰਸ ਵਿੱਚ ਕਦੇ ਕਮੀ ਨਹੀਂ ਆਏਗੀ, ਕਿਉਂਕਿ ਉਹ ਸਭ ਤੋਂ ਸੁੰਦਰ ਹੈ, ਸਭ ਤੋਂ ਰਸ ਦੇ ਨਾਲ ਭਰਪੂਰ ਹੈ। ਤੇ ਭਗਤ ਸਾਹਿਬ ਕਹਿੰਦੇ ਨੇ ਬਦ ਅੰਮ੍ਰਿਤ ਤਤਮਯੰ, ਇਹ ਭਾਈ ਉਹ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਅੰਮ੍ਰਿਤ ਦੇ ਨਾਲ ਭਰਪੂਰ ਹੈ, ਅੰਮ੍ਰਿਤ ਦੀ ਵਰਖਾ ਕਰਦਾ। ਤੇ ਇਹ ਅਸਲੀਅਤ ਹੈ,
ਇਹ ਝੂਠੀ ਨਹੀਂ, ਇਹ ਉਹਦੀ ਅਸਲੀਅਤ ਹੈ, ਉਹਦੀ ਤਸਵੀਰ ਜਿਹੜੀ ਹੈ ਨਾ, ਜਿਹੜਾ ਉਹਦਾ ਰੂਪ ਹੈ, ਇਹ ਅਸਲੀਅਤ ਵਿੱਚ ਹੈ। ਬਦ ਅੰਮ੍ਰਿਤ ਤਤ ਮਯੰ, ਇਹ ਭਾਈ ਇਸ ਧਰਤੀ ਦੇ ਉੱਤੇ ਇਹ ਅਸਲੀਅਤ ਹੈ ਕਿ ਉਹਦੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਅੰਮ੍ਰਿਤ ਰੂਪੀ ਰਸ ਹੈ। ਨਾ ਦਨੋਤ ਜਮ ਸਰਣੇਨ ਜਨਮ ਜਰਾਦ ਮਰਨ ਭਯੰ, ਇਹ ਉਹਨਾਂ ਦਾ ਸ਼ਬਦ ਹੈ। ਕਹਿੰਦੇ ਨੇ ਕਿ ਜਿਸ ਦੇ ਸਿਮਰਨ ਨਾਲ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਮੁੱਕ ਜਾਂਦਾ, ਬੁਢੇਪੇ ਦੀ ਚਿੰਤਾ ਨਹੀਂ ਰਹਿੰਦੀ, ਫਿਕਰ ਤੇ ਮੌਤ ਦਾ ਦੁੱਖ ਨਹੀਂ ਸਤਾਉਂਦਾ, ਡਰ ਨਹੀਂ ਸਤਾਉਂਦਾ। ਨਾ ਦਨੋਤ, ਨਾ ਤੇ ਉਹਦਾ ਨਾਮ ਜਪਿਆ ਫਿਰ ਦੁੱਖ ਲੱਗਦਾ ਹੈ। ਜਮ ਸਰਣੇਨ, ਨਾ ਤੇ ਉਹ ਫਿਰ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ ਹੈ। ਜਨਮ ਜਰਾਦ, ਜਨਮ ਤੇ ਨਾ ਮਰਨ ਦੇ ਰੂਪ ਜਿਹੜਾ ਵਾ ਗੇੜ ਵਿੱਚ ਪੈਂਦਾ। ਜਰਾਦ ਕਹਿੰਦੇ ਨੇ ਬੁਢੇਪੇ ਨੂੰ, ਨਾ ਫਿਰ ਉਹਦੇ ਉੱਤੇ ਬੁਢੇਪਾ ਆਉਂਦਾ। ਸੋ ਇਹ ਉਹਨਾਂ ਦੇ ਦੋ ਸ਼ਬਦ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਪ੍ਰਮਾਤਮਾ ਦੀ ਵਡਿਆਈ ਕੀਤੀ ਕਿ ਪ੍ਰਮਾਤਮਾ ਕੈਸਾ ਹੈ। ਪ੍ਰਮਾਤਮਾ ਸਭ ਤੋਂ ਉੱਚਾ ਹੈ। ਪ੍ਰਮਾਤਮਾ ਜਿਹੜਾ ਵਾ ਉਹ ਬਹੁਤ ਉਹਦੇ ਗੁਣ ਵੱਡੇ ਨੇ। ਜਿਹੜਾ ਮਨੁੱਖ ਉਹਦੇ ਗੁਣਾਂ ਨੂੰ ਜਪਦਾ ਹੈ, ਉਹਦੇ ਗੁਣਾਂ ਨੂੰ ਦੀ ਸਾਂਝ ਬਣਾਉਂਦਾ ਹੈ, ਇਸ ਧਰਤੀ ਦੇ ਉੱਤੇ ਜਿਹੜਾ ਵਾ ਉਹ ਕਬੂਲਿਆ ਜਾਂਦਾ ਹੈ, ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦਾ ਹੈ। ਹੁਣ ਆਪਾਂ ਇਹਨਾਂ ਦੇ ਜੀਵਨ ਵੱਲ ਝਾਤੀ ਮਾਰੀ ਹੈ ਤੇ ਉਸ ਤੋਂ ਨਾਲ ਹੀ ਅਸੀਂ ਉਹਨਾਂ ਦੀ ਬਾਣੀ ਦੀ ਜਿਹੜੀ ਰਚਨਾ ਵੀ ਉਹਦੇ ਬਾਬਤ ਵੀ ਅਸੀਂ ਜਿਹੜੀ ਵਿਚਾਰ ਕਰ ਚੁੱਕੇ ਹਾਂ। ਸੋ ਹੁਣ ਇਹਨਾਂ ਦੀ ਜਿਹੜੀ ਪੌੜੀ ਹੈ ਜਿਸ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ, ਆਪ ਜੀ ਦੀ ਸਕਰੀਨ ਉੱਤੇ ਆ ਗਈ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪ੍ਰੇਮ ਭਗਤ ਜੈ ਦਿਓ ਕਰ, ਗੀਤ ਗੋਵਿੰਦ ਸਹਿਜ ਧੁਨ ਗਾਵੇ। ਜਿਹੜੇ ਭਗਤ ਜੈਦੇਵ ਜੀ ਆ ਨਾ, ਪ੍ਰੇਮਾ ਭਗਤੀ ਦੇ ਵਿੱਚ ਭਿੱਜ ਕੇ ਉਸ ਪਰਮਾਤਮਾ ਦੇ ਜਿਹੜੇ ਗੀਤ ਨੇ, ਗੀਤ ਗੋਵਿੰਦ ਜਿਹੜਾ ਇਹਨਾਂ ਦਾ ਗ੍ਰੰਥ ਵੀ ਮਿਲਦਾ ਹੈ, ਗੀਤ ਗੋਵਿੰਦ। ਮੈਂ ਆਪ ਜੀ ਦੇ ਨਾਲ ਵਿਚਾਰ ਕੀਤੀ ਕਿ ਜਦੋਂ ਇਹ ਉੜੀਸਾ ਵਿੱਚ ਰਹੇ ਨੇ ਤੇ ਉੜੀਸਾ ਵਿੱਚ ਇਹਨਾਂ ਨੂੰ ਉੱਥੋਂ ਦੇ ਰਾਜੇ ਨੇ ਇਹ ਹੁਕਮ ਵੀ ਕੀਤਾ ਕਿ ਇਹਨਾਂ ਦੇ ਜਿਹੜੇ ਗ੍ਰੰਥ ਦੇ ਗੀਤ ਨੇ, ਜਿਹੜੇ ਇਹਦੇ ਵਿੱਚ ਸ਼ਬਦ ਨੇ, ਉਹ ਜਗਰਨਾਥਪੁਰੀ ਉਸ ਮੰਦਰ ਵਿੱਚ ਪੜ੍ਹੇ ਜਾਣ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਜੈਦੇਵ ਜੀ ਬੜੀ ਸਹਿਜ ਧੁਨ ਦੇ ਵਿੱਚ ਜਿਹੜੇ ਉਹ ਗੀਤ ਅਲਾਪਦੇ ਨੇ। ਪ੍ਰੇਮ ਭਗਤ ਜੈਦੇਵ ਕਰ, ਗੀਤ ਗੋਵਿੰਦ ਸਹਿਜ ਧੁਨ ਗਾਵੇ। ਨਾਲ ਹੀ ਫਿਰ ਜ਼ਿਕਰ ਕਰਦੇ ਨੇ ਲੀਲਾ ਚਲਤ ਵਖਾਨਣਾ, ਅੰਤਰਜਾਮੀ ਠਾਕੁਰ ਭਾਵੈ। ਉਸ ਅੰਤਰਜਾਮੀ ਠਾਕੁਰ ਨੂੰ ਜਿਹੜਾ ਵਾ ਉਹਦੀਆਂ ਲੀਲਾ ਜਿਹੜੀਆਂ ਨੇ ਉਹ ਵੇਖਦੇ ਨੇ ਤੇ ਉਹ ਲੀਲਾ ਵੇਖ ਵੇਖ ਕੇ ਉਹਦੇ ਜਿਹੜੇ ਕਰਤਵ ਨੇ ਉਹ ਵੇਖ ਵੇਖ ਕੇ ਤੇ ਪਰਮੇਸ਼ਰ ਨੂੰ ਯਾਦ ਕਰਦੇ ਨੇ। ਅੱਖਰ ਇੱਕ ਤਾਂ ਆਵੜੇ ਪੁਸਤਕ ਬੰਨ ਸੰਧਿਆ ਕਰ ਗਾਵੇ। ਕਹਿੰਦੇ ਨੇ ਕਿ ਇੱਕ ਇੱਕ ਅੱਖਰ ਜਿਹੜਾ ਵਾ ਨਾ, ਉਹਨਾਂ ਨੂੰ ਪ੍ਰਮਾਤਮਾ ਦੀ ਉਸਤਤ ਵਿੱਚ ਲਿਖਣ ਲਈ ਲੱਭਦਾ ਨਹੀਂ। ਅੱਖਰ ਇੱਕ ਨਾ ਆਵੜੇ, ਲੱਭਦਾ ਨਹੀਂ ਕਿ ਜਿਹੜਾ ਮੈਂ ਇੱਕ ਅੱਖਰ ਲਿਖ ਕੇ ਤੇ ਪ੍ਰਮਾਤਮਾ ਦੀ ਉਸਤਤ ਜਿਹੜਾ ਵਾ ਉਹ ਕਰ ਸਕਾਂ। ਪੁਸਤਕ ਬੰਨ ਤੇ ਭਾਵ ਉਹਦੇ ਸ਼ਬਦਾਂ ਨੂੰ ਬੰਨ ਕੇ ਇਕੱਠਿਆਂ ਕਰ ਲੈਣਾ। ਇੱਕ ਤੇ ਇਹਦਾ ਭਾਵ ਅਰਥ ਇਹ ਹੈ ਕਿ ਇੱਕ ਤੇ ਕੋਈ ਪ੍ਰਮਾਤਮਾ ਦੀ ਉਸਤਤ ਵਾਸਤੇ ਅੱਖਰ ਨਹੀਂ ਲੱਭਦਾ, ਜੇ ਲੱਭੇ ਨੇ ਫਿਰ ਉਹ ਪੁਸਤਕ ਬੰਨ ਲਈ। ਤੇ ਸੰਧਿਆ ਕਰ ਆਵੇ, ਫਿਰ ਸੰਧਿਆ ਦੇ ਵੇਲੇ ਉਹਦੀ ਉਸਤਤ ਵਿੱਚ ਉਹ ਗ੍ਰੰਥ ਪੜ੍ਹਦਾ ਹੈ। ਗੁਣ ਨਿਧਾਨ ਕਰ ਆਏ ਕੈ, ਭਗਤ ਰੂਪ ਲਿਖ ਲੇਖ ਬਣਾਵੇ। ਫਿਰ ਕਹਿੰਦੇ ਨੇ ਗੁਣਾਂ ਦੇ ਸਮੁੰਦਰ, ਗੁਣ ਨਿਧਾਨ, ਗੁਣਾਂ ਦੇ ਸਮੁੰਦਰ ਭਾਵ ਪ੍ਰਮਾਤਮਾ ਨੇ ਘਰ ਆ ਕੇ ਭਗਤ ਰੂਪ ਧਾਰ ਕੇ ਲਿਖ ਲੇਖ ਬਣਾਵੇ। ਤੇ ਫਿਰ ਜਿਹੜਾ ਵਾ ਭਗਤ ਜੈ ਦੇਵ ਜੀ ਦੇ ਜਿਹੜੇ ਆ ਨਾ ਮੁਖ ਦੇ ਉੱਤੋਂ
ਭਗਤ ਜੈਦੇਵ ਜੀ ਦੇ ਮੁਖ ਦੇ ਉੱਤੋਂ ਫਿਰ ਉਹ ਲੇਖ ਬਣਾਵੇ, ਭਾਵ ਉਹ ਗ੍ਰੰਥ ਉਚਾਰਨ ਕਰਵਾ ਦਿੱਤਾ। ਭਾਵ ਜਿਹੜੇ ਗੁਰਬਾਣੀ ਦੇ ਹੁਣ 2 ਸ਼ਬਦ ਵੀ ਪੜ੍ਹਦੇ ਆ, ਭਾਈ ਗੁਰਦਾਸ ਜੀ ਕਹਿੰਦੇ ਉਹ ਪ੍ਰਮਾਤਮਾ ਨੇ ਆਪ ਆਪਣਾ ਰੂਪ ਧਾਰ ਕੇ ਉਹਦੇ ਕੋਲੋਂ ਲਿਖਵਾ ਲਏ। ਅੱਖਰ ਪੜ੍ਹ ਪ੍ਰਤੀਤ ਕਰ ਹੋਏ ਵਿਸਮਾਦਨ ਅੰਗ ਸਮਾਵੈ। ਫਿਰ ਉਹਦੀ ਪ੍ਰੀਤ ਵਿੱਚ ਇਹ ਪੜ੍ਹ ਪੜ੍ਹ ਕੇ ਅੱਖਰ ਉਹਦੀ ਪ੍ਰੀਤ ਵਿੱਚ ਵਿਸਮਾਦ ਅਵਸਥਾ ਵਿੱਚ ਚਲਾ ਜਾਂਦਾ ਹੈ। ਤੇ ਇਸ ਧਰਤੀ ਦੇ ਉੱਤੇ ਜਿਹੜਾ ਵਾ ਅੱਖਰ ਪੜ੍ਹ ਪ੍ਰਤੀਤ ਕਰ ਹੋਏ ਵਿਸਮਾਦ ਅੰਗ ਸਮਾਵੇ, ਭਾਵ ਉਹਦੇ ਬਾਣੀ ਪੜ੍ਹ ਪੜ੍ਹ ਕੇ ਉਹਦੀ ਉਸਤਤ ਕਰ ਕਰਕੇ ਵਿਸਮਾਦ ਅਵਸਥਾ ਵਿੱਚ ਜਾ ਕੇ ਤੇ ਪ੍ਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਵੇਖਿਆ ਜਾਏ ਉਜਾੜ ਵਿੱਚ ਬਿਰਖ ਇੱਕ ਅਚਰਜ ਸੁਹਾਵੇ। ਫਿਰ ਕੀ ਕਹਿੰਦਾ ਹੈ ਕਿ ਉਹ ਉਜਾੜ ਵਿੱਚ ਜਾ ਕੇ ਕੀ ਦੇਖਦਾ ਹੈ ਕਿ ਇੱਕ ਅਚਰਜ ਬਿਰਸ ਹੈ ਜਿਹੜਾ ਸਾਹਮਣੇ ਦਿਖ ਰਿਹਾ ਹੈ। ਗੀਤ ਗੋਬਿੰਦ ਸੰਪੂਰਨ ਪਤ ਪਤ ਲਿਖਿਆ ਅੰਤ ਨਾ ਪਾਵੇ। ਇਹ ਵੇਖਦਾ ਹੈ ਕਿ ਉਹਦੇ ਪੱਤਿਆਂ ਉੱਤੇ ਨਾ ਜੰਗਲ ਵਿੱਚ ਜਾਂਦਾ ਭਗਤ ਜੈਦੇਵ ਜੀ ਤੇ ਸਾਹਮਣੇ ਇੱਕ ਅਚਰਜ ਦਰਖਤ ਵੇਖਦਾ ਹੈ ਤੇ ਉਹਦੇ ਕੋਲ ਜਾ ਕੇ ਨਾ ਉਹ ਵੇਖਦਾ ਕੀ ਹੈ ਕਿ ਉਹਦੇ ਪੱਤਿਆਂ ਦੇ ਉੱਤੇ ਨਾ ਹਰ ਇੱਕ ਪੱਤੇ ਦੇ ਉੱਤੇ ਰਾਮ ਨਾਮ ਰਾਮ ਰਾਮ ਲਿਖਿਆ, ਭਾਵ ਪ੍ਰਮਾਤਮਾ ਦਾ ਨਾਮ। ਚਾਰੇ ਪਾਸੇ ਨਿਗਾਹ ਮਾਰਦਾ ਕਿਉਂਕਿ ਇੰਨਾ ਲਿਵਲੀਨ ਹੋ ਗਿਆ ਸੀ ਨਾ ਪ੍ਰਮਾਤਮਾ ਦੇ ਨਾਮ ਵਿੱਚ। ਅੰਗ ਸਮਾਵੇ, ਉਹਦੇ ਭਾਵ ਪ੍ਰਮਾਤਮਾ ਦੇ ਵਿੱਚ ਸਮਾ ਗਿਆ ਸੀ। ਤੇ ਹਰ ਇੱਕ ਪੱਤ ਦੇ ਉੱਤੇ ਜਿਹੜਾ ਵਾ ਨਾ ਉਹ ਲਿਖਿਆ ਹੋਇਆ ਤੇ ਫਿਰ ਅੰਤ ਨਹੀਂ ਪਾਉਂਦਾ, ਭਾਵ ਉਸ ਜੰਗਲ ਦੇ ਵਿੱਚ ਆਸੇ ਪਾਸੇ ਵੇਖਦਾ ਹਰ ਪਾਸੇ ਉਹਨੂੰ ਰਾਮ ਨਾਮ ਹੀ ਦਿਖਦਾ ਹੈ। ਤੇ ਭਗਤ ਹੇਤ ਪ੍ਰਗਾਸ ਕਰ ਹੋਏ ਦਿਆਲ ਮਿਲੇ ਗੁਣ ਗਲ ਲਾਵੇ। ਕਹਿੰਦੇ ਫਿਰ ਜਦੋਂ ਇਹ ਵੇਖਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਆਪਣੇ ਭਗਤ ਦਾ ਪ੍ਰੇਮ ਵੇਖ ਕੇ ਫਿਰ ਉਹਨੂੰ ਆਪਣੇ ਗਲ ਨਾਲ ਲਾ ਲੈਂਦੇ ਨੇ, ਭਾਵ ਪ੍ਰਮਾਤਮਾ ਆਪਣੇ ਭਗਤ ਨੂੰ ਗਲ ਵਿੱਚ ਲੈ ਲੈਂਦੇ ਨੇ। ਸੰਤ ਅਨੰਤ ਨਾ ਭੇਦ ਗਣਾਵੇ, ਪਰਮੇਸ਼ਰ ਆਪਣੇ ਸੰਤਾਂ ਨਾਲ ਭੇਦ ਨਹੀਂ ਗਣਾਉਂਦਾ, ਭਾਵ ਇਹ ਨਹੀਂ ਆਖਦਾ ਕਿ ਇਹ ਮੇਰੇ ਨਾਮ ਜਪਣ ਵਾਲੇ ਇਹ ਅਲੱਗ ਨੇ। ਉਹ ਆਪਣੇ ਸੰਤਾਂ ਦੀ ਆਪ ਪੈਜ ਰੱਖਦੇ ਨੇ, ਜਿਸ ਤਰ੍ਹਾਂ ਅਸੀਂ ਪਿਛਲੇਰੇ ਦਿਨਾਂ ਦੇ ਵਿੱਚ ਜਿਹੜੀਆਂ ਵਿਚਾਰਾਂ ਕੀਤੀਆਂ ਨੇ। ਇਸੇ ਤਰ੍ਹਾਂ ਹੀ ਭਗਤ ਜੈਦੇਵ ਜੀ ਇੱਕ ਉੱਚੇ ਇਖਲਾਕ ਵਾਲੇ, ਉਹਨਾਂ ਦਾ ਜੀਵਨ ਬੜਾ ਵਿਸਮਾਦਮਈ ਸੀ, ਜਿਨ੍ਹਾਂ ਨੇ ਉੱਚੀ ਕੁੱਲ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜਿਹੜਾ ਵਾ ਇਸ ਸੰਸਾਰ ਦੇ ਉੱਤੇ ਉਸ ਪ੍ਰਮਾਤਮਾ ਦੀ ਬੰਦਗੀ ਕਰਦਿਆਂ ਹੋਇਆਂ ਉਹਦੇ ਗੀਤ ਅਲਾਪੇ, ਉਹਦੇ ਗੀਤ ਅਲਾਏ ਤੇ ਸੰਸਾਰ ਦੇ ਵਿੱਚ ਉਹਨਾਂ ਦੇ ਗੀਤਾਂ ਦੀ ਸਲਾਹਣਾ ਹੋਈ। ਬੜੇ ਬੜੇ ਵੱਡੇ ਜਿਹੜੇ ਰਾਜੇ ਸਨ, ਉਹਨਾਂ ਰਾਜਿਆਂ ਨੇ ਵੀ ਜਿਹੜਾ ਵਾ ਭਗਤ ਜੈਦੇਵ ਜੀ ਦੇ ਸਮੇਂ ਸਮੇਂ ਅਨੁਸਾਰ ਉਹਨਾਂ ਦੀ ਬਾਣੀ ਦੀ ਜਿਹੜੀ ਆ ਉਹ ਉਹਨਾਂ ਦੀ ਰਚਨਾ ਦੀ ਜਿਹੜੀ ਆ ਉਹ ਸਤਿਕਾਰ ਕੀਤਾ। ਜਿਸ ਤਰ੍ਹਾਂ ਅਸੀਂ ਪੜ੍ਹਿਆ ਸੁਣਿਆ ਹੈ ਕਿ ਉੜੀਸਾ ਦੇ ਵਿੱਚ ਵੀ ਜਗਨਨਾਥਪੁਰੀ ਇਹਨਾਂ ਦੇ ਗੀਤ ਜਿਹੜੇ ਉਹ ਗਾਏ ਜਾਂਦੇ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਇਹਨਾਂ ਦੇ ਜਿਹੜੇ ਗੀਤ, ਭਾਵ ਇਹਨਾਂ ਦੇ ਜਿਹੜੇ ਸ਼ਬਦ ਸਨ ਜਿਨ੍ਹਾਂ ਵਿੱਚ ਪ੍ਰਮਾਤਮਾ ਬਾਰੇ ਜ਼ਿਕਰ ਹੈ ਕਿ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਸੁੰਦਰ ਹੈ। ਸੋ ਐਸੀਆਂ ਜਿਹੜੀਆਂ ਨੇ ਉਹ ਵਿਚਾਰਾਂ ਇਹਨਾਂ ਸ਼ਬਦਾਂ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸਤਿਕਾਰਿਆ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਾ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ। ਸੋ ਅੱਜ ਅਸੀਂ ਐਸੇ ਮਹਾਨ ਭਗਤ ਦੀ ਵਿਚਾਰ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਜਿਹੜਾ ਸਾਡੇ ਉੱਤੇ ਰਹਿਮਤ ਬਣਾਈ ਰੱਖਣਾ। ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਤਿਕਾਰਯੋਗ ਵੀਰ ਜੀ ਅਮਰੀਕ ਸਿੰਘ ਜੀ, ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ, ਉਹਨਾਂ ਦੇ ਸਹਿਯੋਗ ਸਦਕਾ ਜਿਹੜਾ ਵਾ ਉਹ ਇਹ ਬੜੇ ਵੱਡੇ ਉਪਰਾਲੇ ਹੋ ਰਹੇ ਨੇ। ਤੇ ਜਿੱਥੇ ਅਸੀਂ ਜ਼ੂਮ ਐਪ ਦੇ ਉੱਤੇ ਲਾਈਵ ਇਹ ਕਲਾਸਾਂ ਲਾ ਰਹੇ ਸਾਂ, ਉੱਥੇ ਜਿਹੜਾ ਵਾ ਅੱਜ ਤੋਂ ਫੇਸਬੁੱਕ ਪੇਜ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਣੀ। ਅਸੀਂ ਜਿਹੜਾ ਗਰੁੱਪ ਵਿੱਚ ਵੀ ਉਹਦਾ ਲਿੰਕ ਭੇਜ ਦੇਵਾਂਗੇ। ਸੋ ਉਸ ਪੇਜ ਨੂੰ ਲਾਈਕ ਕਰਨਾ ਵਾ। ਜੇ YouTube ਦੇ ਉੱਤੇ ਕਈ ਵਾਰ ਆਪਾਂ ਨੂੰ ਨਹੀਂ ਵੀ ਜੁੜ ਸਕਦੇ ਤੇ ਫੇਸਬੁੱਕ ਪੇਜ ਦੇ ਉੱਤੇ ਸਾਨੂੰ ਨੋਟੀਫਿਕੇਸ਼ਨ ਆਏਗਾ। ਜਿਹੜੇ ਫੇਸਬੁੱਕ ਚਲਾਉਂਦੇ ਹੋਣਗੇ ਨਾ, ਉਹ ਨੋਟੀਫਿਕੇਸ਼ਨ ਆਏਗਾ। ਉਸ ਫੇਸਬੁੱਕ 'ਤੇ ਜਾ ਕੇ ਤੁਸੀਂ ਜਿਹੜਾ ਵਾ ਉਸ ਪੇਜ ਨੂੰ ਓਪਨ ਕਰੋਗੇ ਤੇ ਜਿਹੜੀ ਇਹ ਕਲਾਸ ਚੱਲ ਰਹੀ ਹੈ ਸਾਹਮਣੇ ਚੱਲੇਗੀ। ਇਸੇ ਤਰ੍ਹਾਂ ਹੀ
ਹੋਰ ਵੱਡਾ ਉਪਰਾਲਾ ਕੀਤਾ ਗਿਆ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ, ਜੋ ਨਿਤਾ ਪ੍ਰਤੀ ਸਵੇਰੇ 9 ਤੋਂ 9:30 ਜਿਹੜਾ ਵਾ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਵਾ 400 ਸਾਲਾ ਜਨਮ ਸ਼ਤਾਬਦੀ ਆ ਰਹੀ ਹੈ, ਉਹਦੇ ਸੰਬੰਧ ਵਿੱਚ ਉਹਨਾਂ ਦੀ ਬਾਣੀ ਜਿਹੜੇ ਉਹਨਾਂ ਦੇ ਉਚਾਰਨ ਕੀਤੇ ਹੋਏ 59 ਸ਼ਬਦ ਨੇ, 57 ਸਲੋਕ ਨੇ। ਉਹਨਾਂ ਵਿੱਚੋਂ ਜਿਹੜੇ ਪਹਿਲਾਂ 59 ਸ਼ਬਦ ਨੇ ਉਹਨਾਂ ਇੱਕ ਇੱਕ ਸ਼ਬਦ ਦੀ ਵਿਚਾਰ ਹੋਵੇਗੀ। ਜਿਹੜੇ ਗੁਰੂ ਘਰ ਵਿੱਚ ਆਣ ਕੇ ਨਿਤਾ ਪ੍ਰਤੀ ਨਹੀਂ ਸਰਵਣ ਕਰ ਸਕਦੇ, ਉਹ ਘਰ ਬੈਠ ਕੇ ਵੀ ਇਸ ਪੇਜ ਦੇ ਉੱਤੇ ਲਾਈਵ ਜਿਹੜੀ ਆ ਉਹ ਕਥਾ ਸਰਵਣ ਕਰ ਸਕਦੇ ਨੇ। ਉਹ ਕਿਸ ਦਿਨ ਕਿੰਨੀ ਤਰੀਕ ਨੂੰ ਅਸੀਂ ਆਰੰਭ ਕਰਨ ਜਾ ਰਹੇ ਹਾਂ, ਥੋੜ੍ਹਾ ਸਾਡਾ ਅਜੇ ਕੰਮ ਬਾਕੀ ਹੈ, ਉੱਪਰ ਇੰਟਰਨੈਟ ਦਾ ਕੰਮ ਚੱਲ ਰਿਹਾ ਹੈ, ਕੁਝ ਹੋਰ ਕੰਮ ਜ਼ਰੂਰੀ ਸਨ ਲਾਈਟਿੰਗ ਦਾ, ਉਹ ਚੱਲ ਰਿਹਾ ਹੈ। ਜਿਸ ਦਿਨ ਉਹ ਸੰਪੂਰਨ ਹੋ ਗਏ ਉਸ ਦਿਨ ਅਸੀਂ ਫਿਰ ਉਹ ਤਰੀਕ ਵੀ ਆਪ ਜੀ ਨੂੰ ਦੱਸ ਦੇਵਾਂਗੇ। ਜਿਹੜੀ ਸੰਗਤ ਚੱਲ ਕੇ ਆ ਸਕਦੀ ਹੈ ਗੁਰੂ ਘਰ ਦੇ ਵਿੱਚ ਉਹ ਤੇ ਜ਼ਰੂਰ ਆਵੇ ਸਵੇਰੇ 9 ਤੋਂ 9:30। ਜਿਹੜੇ ਨਹੀਂ ਆ ਸਕਦੇ ਭਾਈ ਉਹ ਲਾਈਵ ਆਪਣੇ ਘਰ ਵਿੱਚ ਮੋਬਾਈਲ ਦੇ ਉੱਤੇ ਫਿਰ ਉਹ ਕਥਾ ਸਰਵਣ ਕਰ ਸਕਦੇ ਹਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ। ਆਓ ਅੰਤ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅੱਜ ਦੀ ਕਲਾਸ ਬਾਬਤ ਕਿਸੇ ਦਾ ਕੋਈ ਸਵਾਲ ਹੋਵੇ, ਆਪ ਜੀ ਦੇ ਜਿਹੜੇ ਮਾਈਕ ਨੇ ਉਹ ਅਨਮਿਊਟ ਕਰ ਦਿੱਤੇ ਜਾਣਗੇ। ਆਪ ਜੀ ਦੇ ਅਨਮਿਊਟ ਕਰ ਦਿੱਤੇ ਗਏ ਨੇ ਮਾਈਕ, ਹੁਣ ਤੁਸੀਂ ਸਵਾਲ ਕਰ ਸਕਦੇ ਜੀ, ਜੇ ਕਿਸੇ ਦਾ ਕੋਈ ਅੱਜ ਦੀ ਕਲਾਸ ਦੇ ਬਾਬਤ ਕੋਈ ਸਵਾਲ ਹੋਵੇ। ਹਾਂਜੀ ਵਾਹਿਗੁਰੂ। ਠੀਕ ਹੈ ਜੀ, ਫਿਰ ਆਓ ਅੰਤ ਫਤਿਹ ਬੁਲਾਈਏ। ਸ਼ਾਮ ਦੀ ਕਲਾਸ ਵਿੱਚ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।